ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਅੱਜ ਤੋਂ ਓਨਟਾਰੀਓ ਦੇ ਵਿੱਚ ਨਵੇਂ ਨਿਯਮ ਲਾਗੂ। ਕੀ ਹੈ ਓਨਟਾਰੀਓ ਸਰਕਾਰ ਦਾ ਸਟੇ ਐਟ ਹੋਮ, ਦੱਸਾਂਗੇ ਇਸ ਖਬਰ ਦੇ ਵਿੱਚ। ਜੌਨ ਹਾਰਗਨ ਨੇ ਦੱਸਿਆ ਬ੍ਰਿਟਿਸ਼ ਕੋਲੰਬੀਆ ਦਾ ਹਾਲ, ਲਗਾਉਣਾ ਚਾਹੁੰਦੇ ਹਨ ਯਾਤਰਾ ਦੇ ਉੱਪਰ ਰੋਕ। ਕੀ ਕੈਨੇਡਾ ਕਰ ਪਾਵੇਗਾ ਇਮੀਗ੍ਰੇਸ਼ਨ ਟੀਚਾ ਪੂਰਾ? ਟੀਚੇ ਨੂੰ ਪੂਰਾ ਕਰਨਾ ਹੈ ਔਖਾ। ਨਿਊ ਬਰਨਸਵਿਕ ਦੇ ਵਿੱਚ ਕੋਰੋਨਾ ਕਾਰਨ ਸਟੋਰ ਬੰਦ, ਨੌਟ ਡੋਲਰਾਮਾ ਸਟੋਰਾਂ ਨੂੰ ਕੀਤਾ ਬੰਦ। ਮਹਾਦੋਸ਼ ਸਿੱਧ ਹੋਣ ਤੇ ਖਿੱਚਿਆ ਟਰੰਪ, ਵਕੀਲ ਦੀ ਰੋਕੀ ਫੀਸ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ। ਓਨਟਾਰੀਓ ਦੇ ਵਿੱਚ ਅੱਜ ਤੋਂ ਸਟੇ ਐਟ ਹੋਮ ਦੇ ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਦੇ ਤਹਿਤ ਕਿਹੜੀਆਂ ਚੀਜ਼ਾਂ ਕਰਨ ਦੀ ਇਜਾਜ਼ਤ ਹੋਵੇਗੀ ਤੇ ਕਿਹੜੀਆਂ ਚੀਜ਼ਾਂ ਨਾ ਕਰਨ ਦੀ ਇਜਾਜ਼ਤ ਹੋਵੇਗੀ। ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਸਟੇਟ ਆਫ ਐਮਰਜੈਂਸੀ ਲਗਾਈ ਗਈ। ਉਸ ਤੋਂ ਬਾਅਦ ਜੋ ਸਟੇ ਐਟ ਹੋਮ ਦੇ ਆਰਡਰ ਜਾਰੀ ਕੀਤੇ ਗਏ ਨੇ, 28 ਦਿਨਾਂ ਤੱਕ ਇਹਨਾਂ ਨੂੰ ਲਾਗੂ ਰੱਖਿਆ ਜਾਏਗਾ। ਇਹ ਕਦਮ ਇਸ ਕਰਕੇ ਹੀ ਚੁੱਕਿਆ ਗਿਆ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਜੋ ਹਾਲਾਤ ਓਨਟਾਰੀਓ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਓਨਟਾਰੀਓ ਸਰਕਾਰ ਦਾ ਸਟੇ ਐਟ ਹੋਮ ਆਰਡਰ ਪ੍ਰੋਵਿੰਸ ਦੇ ਵਿੱਚ ਲਾਗੂ ਹੋ ਗਿਆ ਹੈ। ਇਹ ਕਦਮ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਘੱਟ ਕਰਨ ਦੇ ਲਈ ਚੁੱਕਿਆ ਗਿਆ ਹੈ। ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਸਟੇਟ ਆਫ ਐਮਰਜੈਂਸੀ ਐਲਾਨ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਪ੍ਰੀਮੀਅਰ ਡਗਫੋਰਡ ਨੇ ਅਪੀਲ ਕੀਤੀ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ। ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ। ਦੱਸੀਏ ਕਿ ਓਨਟਾਰੀਓ ਦੇ ਵਿੱਚ ਲਗਾਤਾਰ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਸਨ। ਇਸ ਦੇ ਚੱਲਦਿਆਂ ਪ੍ਰੀਮੀਅਰ ਡਗਫੋਰਡ ਵੱਲੋਂ ਕਦਮ ਚੁੱਕਿਆ ਗਿਆ ਅਤੇ ਸਟੇ ਐਟ ਹੋਮ ਦੇ ਆਰਡਰ ਜਾਰੀ ਕੀਤੇ ਗਏ। ਇਹ ਆਰਡਰ ਅੱਜ ਤੋਂ ਲਾਗੂ ਹੋ ਗਏ ਹਨ, ਜੋ ਕਿ ਅਗਲੇ 28 ਦਿਨਾਂ ਤੱਕ ਜਾਰੀ ਰਹਿਣਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਨਵੇਂ ਆਰਡਰ ਦੇ ਤਹਿਤ ਕੀ ਕਰਨ ਦੀ ਆਗਿਆ ਹੋਵੇਗੀ ਤੇ ਕੀ ਕਰਨ ਦੀ ਆਗਿਆ ਨਹੀਂ ਹੋਵੇਗੀ। ਕੰਮ ਉੱਤੇ ਜਾਣ, ਸਕੂਲ, ਪੋਸਟ ਸੈਕੰਡਰੀ ਇੰਸਟੀਚਿਊਟ ਜਾਣ ਦੀ ਇਜਾਜ਼ਤ ਹੋਵੇਗੀ। ਚਾਈਲਡ ਕੇਅਰ, ਟ੍ਰੇਨਿੰਗ ਅਤੇ ਐਜੂਕੇਸ਼ਨਲ ਸਰਵਿਸਿਜ਼ ਅਟੈਂਡ ਕੀਤੀਆਂ ਜਾ ਸਕਦੀਆਂ ਨੇ। ਖਾਣਾ ਪਿਕਅਪ ਕੀਤਾ ਜਾ ਸਕਦਾ ਹੈ। ਮੈਡੀਕੇਸ਼ਨ, ਕਲੀਨਿੰਗ ਐਂਡ ਮੇਨਟੇਨੈਂਸ ਆਫ ਹੋਮ ਵਹੀਕਲ ਦੀ ਵੀ ਇਜਾਜ਼ਤ ਹੈ। ਮੈਡੀਕਲ ਅਪਾਇੰਟਮੈਂਟ ਅਟੈਂਡ ਕੀਤੀਆਂ ਜਾ ਸਕਦੀਆਂ ਨੇ। ਬੈਂਕ, ਚੈੱਕ ਕੈਸ਼ਿੰਗ ਬਿਜ਼ਨਸ, ਫੂਡ ਡਿਲੀਵਰ, ਬੱਚਿਆਂ ਨੂੰ ਪੈਰੈਂਟਸ ਗਾਰਡੀਅਨ ਤੱਕ ਲੈ ਕੇ ਜਾਣ ਦੀ ਵੀ ਪਰਮਿਸ਼ਨ ਹੈ। ਇਸ ਆਰਡਰ ਦੇ ਤਹਿਤ ਪਾਲਤੂ ਜਾਨਵਰ ਘੁਮਾਉਣ, ਕਸਰਤ ਕਰਨ ਦੀ ਵੀ ਪਰਮਿਸ਼ਨ ਦਿੱਤੀ ਗਈ ਹੈ ਤੇ ਪਾਲਤੂ ਜਾਨਵਰਾਂ ਦਾ ਖਾਣਾ ਖਰੀਦਣ ਲਈ ਵੀ ਬਾਹਰ ਜਾਇਆ ਜਾ ਸਕਦਾ ਹੈ। ਦੱਸੀਏ ਕਿ ਪ੍ਰੋਵਿੰਸ ਦੇ ਵਿੱਚ ਪਹਿਲਾਂ ਤੋਂ ਹੀ ਸਖਤੀ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਵੀ ਲਗਾਤਾਰ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ। ਇਹ ਜੋ ਰੋਜ਼ਾਨਾ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਸੀ, ਸਿਹਤ ਮਾਹਿਰਾਂ ਵਾਸਤੇ ਵੀ ਇਹ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ। ਅਜਿਹੇ ਦੇ ਵਿੱਚ ਹੁਣ ਪ੍ਰੀਮੀਅਰ ਡਗਫੋਰਡ ਵੱਲੋਂ ਕਦਮ ਚੁੱਕਿਆ ਗਿਆ ਹੈ ਅਤੇ ਇੱਥੇ ਸਟੇ ਐਟ ਹੋਮ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਦੇ ਨਾਲ ਜਾਣੂ ਕਰਵਾਇਆ ਗਿਆ ਹੈ ਪ੍ਰੀਮੀਅਰ ਜੌਨ ਹਾਰਗਨ ਵੱਲੋਂ। ਨਾਲ ਹੀ ਉਹਨਾਂ ਨੇ ਵੈਕਸੀਨ ਦੇ ਬਾਰੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਹੈ। ਅਗਲੇ ਹਫਤੇ ਉਹ ਅਪਡੇਟ ਸਾਂਝੀ ਕਰਨਗੇ ਵੈਕਸੀਨ ਦਾ ਜੋ ਹੋਰ ਰੋਲ ਆਊਟ ਪਲਾਨ ਹੈ ਤੇ ਨਾਲ ਹੀ ਜੋ ਅਹਿਮ ਹੋਰ ਜਾਣਕਾਰੀ ਹੈ ਉਹ ਵੀ ਉਹਨਾਂ ਵੱਲੋਂ ਦੱਸੀ ਜਾਵੇਗੀ। ਦੱਸ ਦਈਏ ਕਿ ਜੌਨ ਹਾਰਗਨ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਜਾਣੀ ਕਿ ਯਾਤਰਾ ਦੇ ਉੱਪਰ ਰੋਕ ਲਗਾਉਣਾ ਚਾਹੁੰਦੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹਾਰਗਨ ਵੱਲੋਂ ਕੋਵਿਡ-19 ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀ ਸਥਿਤੀ ਹੈ ਉਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਜੌਨ ਹਾਰਗਨ ਨੇ ਉਹਨਾਂ ਦੀ ਤਾਰੀਫ ਕੀਤੀ ਜਿਨ੍ਹਾਂ ਨੇ ਕੋਵਿਡ-19 ਦੇ ਚੱਲਦਿਆਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਹਨਾਂ ਵੱਲੋਂ ਵੈਕਸੀਨ ਦੇ ਬਾਰੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਹੁਣ ਤੱਕ 63,430 ਬ੍ਰਿਟਿਸ਼ ਕੋਲੰਬੀਅਨਸ ਨੂੰ ਵੈਕਸੀਨ ਲਗਾ ਦਿੱਤਾ ਗਿਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਗਲੇ ਹਫ਼ਤੇ ਉਹਨਾਂ ਵੱਲੋਂ ਵੈਕਸੀਨ ਬਾਰੇ ਵਿੱਚ ਪੂਰੀ ਸਥਿਤੀ ਸਪਸ਼ਟ ਕੀਤੀ ਜਾਵੇਗੀ। ਦੱਸੀਏ ਕਿ ਇਸ ਦੌਰਾਨ ਜੌਨ ਹਾਰਗਨ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਉਹਨਾਂ ਵੱਲੋਂ ਯਾਤਰਾ ਦੇ ਉੱਪਰ ਜਾਣੀ ਕਿ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ। ਇਸ ਵਾਸਤੇ ਉਹਨਾਂ ਵੱਲੋਂ ਕਾਨੂੰਨੀ ਸਲਾਹ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਸਕੇ, ਕਿਉਂਕਿ ਉਹ ਚਾਹੁੰਦੇ ਨੇ ਕਿ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਦੇ ਜੋ ਹਾਲਾਤ ਨੇ ਉਹਨਾਂ ਦੇ ਉੱਪਰ ਕਾਬੂ ਪਾਇਆ ਜਾ ਸਕੇ। ਨਾਲ ਹੀ ਜੌਨ ਹਾਰਗਨ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। I, like all of you, am very happy to have closed the book on 2020, and I look forward to 2021 with a lot of enthusiasm based on the hard work of British Columbians over the past 10 months. We know that light is there at the end of the tunnel. We know that vaccines are coming online. As of yesterday, 63,430 British Columbians have received a COVID-19 vaccine. And as we receive more stock from the federal government, more vaccines will be administered.
We've been working hard to make sure that everyone in British Columbia understands the trajectory and how we're going to proceed going forward. But I think before next week, when Minister Dix and I and Dr. Henry will give a more comprehensive update on the vaccine strategy, I think it's important for British Columbians to understand, as a rule of thumb, our primary focus has been and will be, in the short term, making sure that the most vulnerable in our society are at the front of the queue. That's been working effectively to this point in time, and we're hopeful that in the not-too-distant future, all long-term care residents and staff will be vaccinated, which will stop the outbreaks and stop the spread of the virus in those locations. Acute care will take a little bit more time, but again, Minister Dix and I will be talking about that next week. I wanted to just give you an update today on what the government's been doing in 2021. Of course, last week I participated in a First Minister's meeting with the Prime Minister and other provinces to talk about the rollout of vaccines, to talk about the spike in cases in other parts of Canada, particularly Ontario and Quebec. We have seen a decline in cases here in BC over the past number of weeks, and I want to thank British Columbians for their patience and their resolve to make sure that we can continue to do our level best to battle this vaccine in our own, or battle this virus in our own way, in our own communities. But we have a lot more work to do, and Cabinet has been focused on that over the past 2 days, starting on Tuesday and Wednesday, with full Cabinet discussions on a range of issues with respect to economic recovery, addressing the pandemic, and of course then looking forward to the challenges and hopes and aspirations of British Columbians beyond 2021 into the next 4 years. And to that end, today we'll be starting a 2-day virtual Cabinet retreat. I'm here at the Legislature. We'll be having members of Cabinet in their communities across BC. We'll be engaging in that strategic planning process to make sure that, of course, first and foremost, we're focusing on the pandemic and economic recovery, but also all of the other challenges British Columbians are well aware of. We need to continue to work with partners, particularly the federal government, to get a handle on the other public health emergency here in British Columbia, and that's the opioid crisis. That's the focus of new Minister Sheila Malcolmson. She came to Cabinet yesterday with a package of initiatives. We'll be moving those forward in the days ahead. ਕੈਨੇਡਾ ਵੱਲੋਂ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਵਿੱਚ ਟੀਚਾ ਰੱਖਿਆ ਗਿਆ ਕਿ ਹੁਣ ਅਗਲੇ 3 ਸਾਲਾਂ ਤੱਕ ਕੈਨੇਡਾ ਅੰਦਰ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। ਸਵਾਲ ਖੜਾ ਹੁੰਦਾ ਹੈ ਕਿ ਕੀ ਕੈਨੇਡਾ ਇਸ ਟਾਰਗੇਟ ਨੂੰ ਅਚੀਵ ਜਾਣੀ ਕਿ ਪੂਰਾ ਕਰ ਪਾਵੇਗਾ। ਇਮੀਗ੍ਰੇਸ਼ਨ ਵਕੀਲ ਵੱਲੋਂ ਇਸ ਦੇ ਬਾਰੇ ਵਿੱਚ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਕੈਨੇਡਾ ਵਾਸਤੇ ਬਹੁਤ ਜ਼ਿਆਦਾ ਔਖਾ ਹੈ ਆਪਣੇ ਇਸ ਟੀਚੇ ਨੂੰ ਪੂਰਾ ਕਰ ਪਾਉਣਾ, ਕਿਉਂਕਿ ਕੋਵਿਡ-19 ਦੇ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਕਾਰਨ ਕਈ ਤਰ੍ਹਾਂ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਜਾਣੀ ਕਿ यात्रा के उपर पाबंदियां लगियां ने। अजिहे दे विच जो कैनेडा ने 2021 तो 2023 तक एक टीचा रखा है कि 4 लाख तो वध इमीग्रेंट्स का स्वागत करना है, काफ़ी ज़्यादा ये औखा होने वाला है। कैनेडा ਵੱਲੋਂ 2019 ਦੇ ਵਿੱਚ 3,41,000 ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ। ਇਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ ਜੋ ਟੀਚਾ ਕੈਨੇਡਾ ਨੇ ਇਸ ਸਾਲ ਇਮੀਗ੍ਰੈਂਟਸ ਦਾ ਸਵਾਗਤ ਕਰਨ ਦੇ ਲਈ ਰੱਖਿਆ ਹੈ ਉਸ ਨੂੰ ਪੂਰਾ ਕਰਨਾ ਬਹੁਤ ਔਖਾ ਹੈ। ਇਸ ਦੇ ਪਿੱਛੇ ਕਾਰਨ ਕੋਵਿਡ-19 ਪੈਂਡੇਮਿਕ ਹੈ। ਮਾਰਚ ਮਹੀਨੇ ਤੋਂ ਹੀ ਕਰੋਨਾ ਵਾਇਰਸ ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ। ਇਹਨਾਂ ਪਾਬੰਦੀਆਂ ਨੂੰ ਹੌਲੀ-ਹੌਲੀ ਕਰਕੇ ਖੋਲ੍ਹਿਆ ਵੀ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਅਜੇ ਅਸਰ ਟਰੈਵਲ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਅਕਤੂਬਰ 2020 ਦੇ ਵਿੱਚ 15,000 ਨਵੇਂ ਇਮੀਗ੍ਰੈਂਟਸ ਆਏ ਸਨ, ਜਦਕਿ ਅਕਤੂਬਰ 2019 ਦੇ ਵਿੱਚ ਇਸ ਤੋਂ 2 ਗੁਣਾ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ ਸੀ। ਇਸ ਨੂੰ ਦੇਖਦਿਆਂ ਇਹ ਕਹਿਣਾ ਗਲਤ ਨਹੀਂ ਹੈ ਕਿ ਜੋ ਟੀਚਾ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 2021 ਤੋਂ 2023 ਤੱਕ ਰੱਖਿਆ ਗਿਆ ਹੈ, 3 ਸਾਲਾਂ ਦੇ ਵਿੱਚ ਇਸ ਨੂੰ ਪੂਰਾ ਕਰਨਾ ਕਾਫੀ ਮੁਸ਼ਕਿਲ ਹੈ। ਇਸ ਏਮ ਦੇ ਅਨੁਸਾਰ 2021 ਦੇ ਵਿੱਚ 4,01,000, 2022 ਦੇ ਵਿੱਚ 4,11,000, 2023 ਦੇ ਵਿੱਚ 4,21,000 ਪ੍ਰਵਾਸੀਆਂ ਨੂੰ ਸੱਦਣਾ ਹੈ। 4 ਲੱਖ ਦਾ ਟੀਚਾ ਕੈਨੇਡਾ ਵੱਲੋਂ ਪਹਿਲੀ ਵਾਰ ਰੱਖਿਆ ਗਿਆ ਹੈ। ਟੀਚਾ ਰੱਖਣਾ ਅਤੇ ਉਸ ਨੂੰ ਪੂਰਾ ਕਰਨਾ ਦੋਵੇਂ ਵੱਖ-ਵੱਖ ਗੱਲਾਂ ਹਨ। ਅਜਿਹੇ ਦੇ ਵਿੱਚ ਹੁਣ ਕੋਵਿਡ-19 ਦੀ ਸਥਿਤੀ ਨੂੰ ਦੇਖਦਿਆਂ ਇਹੀ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਲਈ ਇਹ ਟੀਚਾ ਪੂਰਾ ਕਰਨਾ ਕਾਫੀ ਮੁਸ਼ਕਿਲ ਹੋਣ ਵਾਲਾ ਹੈ। ਕੋਵਿਡ-19 ਐਕਸਪੋਜ਼ਰ ਤੋਂ ਬਾਅਦ ਨਿਊ ਵਰਨਸਵਿਕ ਦੇ ਵਿੱਚ ਸਟੋਰਾਂ ਨੂੰ ਬੰਦ ਕੀਤਾ ਗਿਆ ਹੈ। $9 ਸਟੋਰਸ ਨੂੰ ਬੰਦ ਕੀਤਾ ਗਿਆ ਹੈ।
ਇਹਨਾਂ ਨੂੰ 48 ਘੰਟਿਆਂ ਤੋਂ ਬਾਅਦ ਖੋਲ੍ਹਿਆ ਜਾਵੇਗਾ, ਜਿੱਥੇ ਸਾਫ਼ ਸਫਾਈ ਚੰਗੀ ਤਰ੍ਹਾਂ ਕੀਤੀ ਜਾਏਗੀ, ਸੈਨੀਟਾਈਜ਼ ਇਸ ਨੂੰ ਚੰਗੀ ਤਰ੍ਹਾਂ ਕੀਤਾ ਜਾਵੇਗਾ। ਇਹ ਜਾਣਕਾਰੀ ਅਜੇ ਤੱਕ ਨਹੀਂ ਦਿੱਤੀ ਗਈ ਕਿ ਇੱਥੇ ਜੋ ਇਹਨਾਂ ਸਟੋਰਾਂ ਦੇ ਵਿੱਚ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਉਹ ਕਦੋਂ ਸਾਹਮਣੇ ਆਏ ਨੇ। ਕੋਵਿਡ-19 ਐਕਸਪੋਜ਼ਰ ਦੇ ਬਾਅਦ ਨਿਊ ਵਨਸਵਿਕ ਪਬਲਿਕ ਹੈਲਥ ਵੱਲੋਂ 9 ਡੋਲਰਾਮਾ ਸਟੋਰਾਂ ਨੂੰ ਬੰਦ ਕੀਤਾ ਗਿਆ ਹੈ। ਇਹਨਾਂ ਨੂੰ ਕੁਝ ਸਮੇਂ ਦੇ ਲਈ ਹੀ ਸ਼ਟ ਡਾਊਨ ਕੀਤਾ ਗਿਆ। ਪ੍ਰੋਵਿੰਸ ਵੱਲੋਂ ਐਲਾਨ ਕੀਤਾ ਗਿਆ ਕਿ ਇਹਨਾਂ ਸਟੋਰਸ ਨੂੰ 48 ਘੰਟਿਆਂ ਦੇ ਲਈ ਕਲੋਜ਼ ਕੀਤਾ ਗਿਆ ਹੈ, ਜਾਣੀ ਕਿ ਬੰਦ ਰੱਖਿਆ ਗਿਆ ਹੈ, ਤਾਂ ਕਿ ਇੱਥੇ ਸਾਫ਼ ਸਫਾਈ ਅਤੇ ਸੈਨੀਟਾਈਜ਼ ਕੀਤਾ ਜਾ ਸਕੇ। ਨਿਊ ਵਨਸਵਿਕ ਦੀ ਸਰਕਾਰ ਵੱਲੋਂ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇੱਥੇ ਚੰਗੀ ਤਰ੍ਹਾਂ ਦੇ ਨਾਲ ਸਟੋਰਾਂ ਨੂੰ ਸੈਨੀਟਾਈਜ਼ ਕੀਤਾ ਜਾਏਗਾ, ਤਾਂ ਕਿ ਕਿਸੇ ਵੀ ਆਮ ਲੋਕਾਂ ਨੂੰ ਇਸ ਦੇ ਬਾਅਦ ਖਤਰਾ ਨਾ ਹੋ ਸਕੇ। ਪ੍ਰੋਵਿੰਸ ਵੱਲੋਂ ਅਜੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਇੱਥੋਂ ਕਦੋਂ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਦੱਸ ਦਈਏ ਕਿ ਇੱਥੇ ਕੁੱਲ 19 ਨਵੇਂ ਕੋਵਿਡ ਕੇਸਿਸ ਸਾਹਮਣੇ ਆਏ ਹਨ। ਦੱਸੀਏ ਕਿ ਕੋਵਿਡ-19 ਦਾ ਅਸਰ ਜਿੱਥੇ ਇੱਕ ਪਾਸੇ ਸਿਹਤ ਦੇ ਉੱਪਰ ਪਿਆ ਹੈ, ਉੱਥੇ ਕਈ ਅਲੱਗ-ਅਲੱਗ ਚੀਜ਼ਾਂ ਦੇ ਉੱਪਰ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਚਾਹੇ ਫਿਰ ਅਸੀਂ ਆਰਥਿਕਤਾ ਦੀ ਗੱਲ ਕਰੀਏ ਜਾਂ ਫਿਰ ਜੋ ਸਟੋਰ ਬੰਦ ਹੋ ਰਹੇ ਨੇ ਉਹਨਾਂ ਦੀ ਗੱਲ ਕਰੀਏ। ਨਿਊ ਬਰਨਸਵਿਕ ਦੇ ਵਿੱਚ ਡੋਲਰਾਮਾ ਸਟੋਰ ਜਿਹੜੇ ਬੰਦ ਇਸ ਕੋਵਿਡ ਐਕਸਪੋਜ਼ਰ ਤੋਂ ਬਾਹਰ ਕੀਤੇ ਗਏ ਨੇ, ਚੰਗੀ ਤਰ੍ਹਾਂ ਇਹਨਾਂ ਸਟੋਰਾਂ ਦੀ ਸਾਫ਼ ਸਫਾਈ ਕਰਨ ਤੋਂ ਬਾਅਦ ਮੁੜ ਤੋਂ ਇਹਨਾਂ ਨੂੰ ਖੋਲ੍ਹ ਦਿੱਤਾ ਜਾਵੇਗਾ। WHO ਦੀ ਟੀਮ ਲਗਾਤਾਰ ਚਾਈਨਾ ਤੋਂ ਇਸ ਗੱਲ ਦੀ ਇਜਾਜ਼ਤ ਮੰਗ ਰਹੀ ਸੀ ਕਿ ਉਹ ਆ ਕੇ ਇੱਥੇ ਜਾਂਚ ਕਰਨਾ ਚਾਹੁੰਦੇ ਨੇ ਕਿ ਕੋਵਿਡ-19 ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਹੈ, ਪਰ ਚੀਨ ਤੋਂ ਪਹਿਲਾਂ ਇਹਨਾਂ ਨੂੰ ਕੋਈ ਵੀ ਜਵਾਬ ਨਹੀਂ ਆ ਰਿਹਾ ਸੀ, ਜਿਸ ਦੇ ਚੱਲਦਿਆਂ WHO ਦੇ ਮੁਖੀ ਨੇ ਚੀਨ ਦੇ ਨਾਲ ਨਿਰਾਸ਼ਾ ਵੀ ਪ੍ਰਗਟ ਕੀਤੀ ਸੀ। ਪਰ ਟੀਮ ਨੂੰ ਹੁਣ ਇਜਾਜ਼ਤ ਮਿਲੀ ਹੈ ਤੇ ਵੁਹਾਨ ਦੇ ਲਈ ਰਵਾਨਾ ਹੋਈ ਟੀਮ ਉੱਥੇ ਪਹੁੰਚ ਕੇ ਹੁਣ ਜਾਂਚ ਕਰੇਗੀ ਕਿ ਆਖਿਰਕਾਰ ਜੋ ਕਰੋਨਾ ਵਾਇਰਸ ਉਸ ਦੀ ਸ਼ੁਰੂਆਤ ਕਿਵੇਂ ਹੋਈ, ਕਿਉਂਕਿ ਬਹੁਤ ਜ਼ਿਆਦਾ ਇਸ ਦੇ ਤਰ੍ਹਾਂ ਦੇ ਜਿਹੜੇ ਆਰੋਪ ਨੇ ਲਗਾਏ ਜਾਂਦੇ ਨੇ ਕਿ ਚਾਈਨਾ ਵੱਲੋਂ ਜਿਹੜਾ ਹੈ ਇਸ ਵਾਇਰਸ ਦੀ ਸ਼ੁਰੂਆਤ ਹੋਈ ਹੈ, ਪਰ ਚੀਨ ਲਗਾਤਾਰ ਇਸ ਗੱਲ ਤੋਂ ਮਨਾ ਕਰਦਾ ਨਜ਼ਰ ਆਇਆ। ਹੁਣ ਜਿਹੜੀ ਟੀਮ ਵੱਲੋਂ ਜਾਂਚ ਕੀਤੀ ਜਾਵੇਗੀ ਉਸ ਦੇ ਵਿੱਚ ਪੂਰਨ ਤੌਰ ਦੇ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਇਸ ਵਾਇਰਸ ਦੀ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੋਈ। WHO ਦੀ ਟੀਮ ਨੂੰ ਜਾਂਚ ਕਰਨ ਦੇ ਲਈ ਚੀਨ ਦੇ ਵਿੱਚ ਆਖਿਰਕਾਰ ਇਜਾਜ਼ਤ ਮਿਲ ਹੀ ਗਈ ਤੇ ਉਸ ਤੋਂ ਬਾਅਦ ਅੱਜ ਇਹ ਟੀਮ ਵੁਹਾਨ ਦੇ ਵਿੱਚ ਚਲੀ ਗਈ ਹੈ, ਜਿੱਥੇ ਪਤਾ ਲਗਾਇਆ ਜਾਵੇਗਾ ਕਿ ਕੋਵਿਡ-19 ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ। ਦੱਸੀਏ ਕਿ ਵੁਹਾਨ ਸ਼ਹਿਰ ਦੇ ਵਿੱਚ ਸਾਲ 2019 ਦੇ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਪਹਿਲਾ ਕੋਵਿਡ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਵਿਸ਼ਵ ਸਿਹਤ ਸੰਗਠਨ ਦੇ ਮਾਹਿਰ ਜਾਣੀ ਕਿ ਐਕਸਪਰਟ ਕਰੋਨਾ ਵਾਇਰਸ ਦੀ ਜਾਂਚ ਕਰਨਗੇ। ਇਸ ਟੀਮ ਨੇ ਸਿੰਗਾਪੁਰ ਤੋਂ ਵੁਹਾਨ ਦੇ ਲਈ ਉਡਾਨ ਭਰੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਇਸ ਟੀਮ ਦਾ ਪੂਰਾ ਪ੍ਰੋਗਰਾਮ ਕੀ ਰਹਿਣ ਵਾਲਾ ਹੈ, ਇਸ ਦੇ ਬਾਰੇ ਵਿੱਚ ਅਜੇ ਜਾਣਕਾਰੀ ਸਪਸ਼ਟ ਨਹੀਂ ਕੀਤੀ ਗਈ ਤੇ ਨਾ ਹੀ ਚੀਨ ਦੀ ਸਰਕਾਰ ਤੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਸ ਦੇ ਨਾਲ ਸੰਬੰਧਿਤ ਕੋਈ ਅਪਡੇਟ ਦਿੱਤੀ ਹੈ। ਕਈ ਮਹੀਨਿਆਂ ਤੋਂ ਇਸ ਦੌਰੇ ਦੀ ਉਮੀਦ ਕੀਤੀ ਜਾ ਰਹੀ ਸੀ। WHO ਦੇ ਮੁਖੀ ਨੇ ਪਿਛਲੇ ਮਹੀਨੇ ਇਸ ਗੱਲ ਦੇ ਉੱਪਰ ਨਿਰਾਸ਼ਾ ਵੀ ਜਤਾਈ ਸੀ, ਕਿਉਂਕਿ ਉਹਨਾਂ ਵੱਲੋਂ ਚੀਨ ਤੋਂ ਇਜਾਜ਼ਤ ਮੰਗੀ ਜਾ ਰਹੀ ਸੀ ਕਿ ਉੱਥੇ ਜਾਂਚ ਕਰਨ ਦੀ ਆਗਿਆ ਦਿੱਤੀ ਜਾਵੇ, ਪਰ ਚੀਨ ਵੱਲੋਂ ਇਸ ਦੇ ਬਾਰੇ ਵਿੱਚ ਪਹਿਲਾਂ ਕੋਈ ਜਵਾਬ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ WHO ਦੇ ਮੁਖੀ ਨੇ ਕਿਹਾ ਸੀ ਕਿ ਉਹ ਚੀਨ ਦੇ ਨਾਲ ਕਾਫੀ ਨਿਰਾਸ਼ ਹਨ, ਕਿਉਂਕਿ ਉਹਨਾਂ ਦੀ ਟੀਮ ਨੂੰ ਚੀਨ ਵਿੱਚ ਜਾ ਕੇ ਜਾਂਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਆਖਿਰਕਾਰ ਹੁਣ ਉਹਨਾਂ ਦੀ ਟੀਮ ਉੱਥੇ ਪਹੁੰਚ ਹੀ ਗਈ ਹੈ, ਜਿਸ ਤੋਂ ਬਾਅਦ ਹੁਣ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕੋਵਿਡ-19 ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ। ਅਮਰੀਕੀ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਰਾਸ਼ਟਰਪਤੀ 2 ਵਾਰ ਇੰਪੀਚ ਕੀਤਾ ਗਿਆ ਹੋਵੇ। ਟਰੰਪ ਦੇ ਉੱਪਰ ਮਹਾਦੋਸ਼ ਤੈਅ ਹੋਏ, ਉਸ ਦੇ ਚੱਲਦਿਆਂ ਖਿਜੇ ਨਜ਼ਰ ਆ ਰਹੇ ਨੇ ਟਰੰਪ। ਉਹਨਾਂ ਦਾ ਪਹਿਲਾ ਗੁੱਸਾ ਉਹਨਾਂ ਦੇ ਪਰਸਨਲ ਅਟਾਰਨੀ ਜਨਰਲ ਦੇ ਉੱਪਰ ਫੁੱਟਿਆ ਹੈ, ਜਿੱਥੇ ਉਹਨਾਂ ਕਿਹਾ ਹੈ ਕਿ ਇਸ ਨੂੰ ਫੀਸ ਨਾ ਦਿੱਤੀ ਜਾਵੇ, ਜਾਣੀ ਕਿ ਉਸ ਦੀ ਫੀਸ ਨੂੰ ਰੋਕ ਲਿਆ ਜਾਵੇ। ਇਹ ਉਹੀ ਅਟਾਰਨੀ ਜਨਰਲ ਹੈ ਜਿਸ ਵੱਲੋਂ ਟਰੰਪ ਦੇ ਕਈ ਕੇਸ ਲੜੇ ਜਾ ਰਹੇ ਹਨ। ਟਰੰਪ ਵੱਲੋਂ ਜੋ ਕੇਸ ਕੀਤੇ ਗਏ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਧੋਖਾ ਹੋਇਆ ਹੈ, ਉਹ ਵੀ ਜੋ ਹੈ ਇਸ ਹੀ ਅਟਾਰਨੀ ਜਨਰਲ ਵੱਲੋਂ ਲੜੇ ਜਾ ਰਹੇ ਨੇ। ਟਰੰਪ ਪਰ ਮਹਾਦੋਸ਼ ਤੈਅ ਹੋਏ, ਜਿਸ ਤੋਂ ਬਾਅਦ ਟਰੰਪ ਹੁਣ ਖਿੱਚ ਗਏ ਹਨ। ਇਸ ਦੇ ਚੱਲਦਿਆਂ ਉਹਨਾਂ ਨੇ ਵਕੀਲ ਦੀ ਫੀਸ ਰੋਕ ਦਿੱਤੀ ਹੈ। ਟਰੰਪ ਦੇ ਉੱਪਰ ਮਹਾਦੋਸ਼ ਤੈਅ ਹੋਏ। ਅਮਰੀਕੀ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕੋਈ ਰਾਸ਼ਟਰਪਤੀ 2 ਵਾਰ ਇੰਪੀਚ ਹੋਇਆ ਹੋਵੇ। ਇਸ ਦੇ ਚੱਲਦਿਆਂ ਹੁਣ ਟਰੰਪ ਖਿਜੇ ਨਜ਼ਰ ਆ ਰਹੇ ਹਨ। ਉਹਨਾਂ ਦੀ ਇਰੀਟੇਸ਼ਨ ਸਾਫ਼ ਦੇਖੀ ਜਾ ਰਹੀ ਹੈ। ਟਰੰਪ ਦਾ ਪਹਿਲਾ ਗੁੱਸਾ ਆਪਣੇ ਪਰਸਨਲ ਅਟਾਰਨੀ ਜਨਰਲ ਦੇ ਉੱਪਰ ਫੁੱਟਿਆ ਹੈ। ਟਰੰਪ ਨੇ ਰੂਡੀ ਗੁਲਾਨੀ ਦੀ ਲੀਗਲ ਫੀਸ ਰੋਕਣ ਦੇ ਲਈ ਕਹਿ ਦਿੱਤਾ ਹੈ। ਦੱਸੀਏ ਕਿ ਰੂਡੀ ਟਰੰਪ ਦੇ ਕਈ ਕੇਸ ਲੜ ਰਹੇ ਹਨ। ਟਰੰਪ ਵੱਲੋਂ ਜੋ ਕੇਸ ਵੋਟਾਂ ਦੇ ਵਿੱਚ ਧੋਖਾਧੜੀ ਦੇ ਲਗਾਏ ਗਏ ਹਨ, ਉਹ ਰੂਡੀ ਵੱਲੋਂ ਹੀ ਲੜੇ ਜਾ ਰਹੇ ਹਨ। ਇਹਨਾਂ ਵਿੱਚੋਂ ਕਈ ਕੇਸਾਂ ਨੂੰ ਖਾਰਜ ਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟਰੰਪ ਨੂੰ 2 ਵਾਰ ਇੰਪੀਚ ਕੀਤਾ ਗਿਆ।
ਪਿਛਲੇ ਦਿਨੀ ਅਮਰੀਕਾ ਦੇ ਵਿੱਚ ਜੋ ਹਿੰਸਾ ਭੜਕੀ ਸੀ ਉਸ ਦੇ ਚੱਲਦਿਆਂ ਇੱਕ ਕਦਮ ਚੁੱਕਿਆ ਗਿਆ। ਦਰਅਸਲ ਟਰੰਪ ਲਗਾਤਾਰ ਇਸ ਗੱਲ ਦੇ ਉੱਪਰ ਅੜੇ ਰਹੇ ਕਿ ਅਮਰੀਕਾ ਦੇ ਵਿੱਚ ਜੋ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਜਿੱਤ ਉਹਨਾਂ ਦੀ ਹੋਈ ਹੈ। ਅਜੇ ਤੱਕ ਉਹਨਾਂ ਵੱਲੋਂ ਹਾਰ ਸਵੀਕਾਰ ਨਹੀਂ ਕੀਤੀ ਗਈ, ਜਿਸ ਦੇ ਚੱਲਦਿਆਂ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਸੰਬੋਧਿਤ ਕੀਤਾ। ਇਸ ਸੰਬੋਧਨ ਤੋਂ ਬਾਅਦ ਹਿੰਸਾ ਭੜਕ ਗਈ। ਜੋ ਟਰੰਪ ਦੇ ਸਪੋਰਟਰ ਸਨ ਉਹਨਾਂ ਨੇ ਕੈਪੀਟੋਲ ਬਿਲਡਿੰਗ ਦੇ ਵਿੱਚ ਜਾ ਕੇ ਹੁੱਲੜਬਾਜ਼ੀ ਕੀਤੀ। ਇਸ ਤੋਂ ਬਾਅਦ ਟਰੰਪ ਦੇ ਉੱਪਰ ਮਹਾਦੋਸ਼ ਤੈਅ ਹੋ ਗਏ ਤੇ ਜਿਸ ਦੇ ਚੱਲਦਿਆਂ ਹੁਣ ਉਹ ਖਿਜੇ ਨਜ਼ਰ ਆ ਰਹੇ ਨੇ। ਯੂਐਸ ਵੱਲੋਂ ਟੈਸਲਾ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਹੈ ਕਿ 1,58,000 ਕਾਰਾਂ ਨੂੰ ਵਾਪਸ ਬੁਲਾਉਣਾ ਪਵੇਗਾ, ਜਾਣੀ ਕਿ ਉਹਨਾਂ ਨੂੰ ਰੀਕਾਲ ਕਰਨਾ ਪਏਗਾ। ਇੱਕ ਖਰਾਬੀ ਪਾਈ ਗਈ ਜਾਂਚ ਦੇ ਵਿੱਚ ਕੀ ਇਹ ਖਰਾਬੀ ਹੈ ਦੱਸਾਂਗੇ ਇਸ ਖਬਰ ਦੇ ਵਿੱਚ। ਤੇ ਟੈਸਲਾ ਵੱਲੋਂ ਦੱਸ ਦਈਏ ਕਿ ਅਜੇ ਤੱਕ ਇਸ ਦੇ ਬਾਰੇ ਵਿੱਚ ਕੋਈ ਬਿਆਨ ਨਹੀਂ ਜਾਰੀ ਕੀਤਾ ਗਿਆ। ਉਹਨਾਂ ਨੂੰ ਦੱਸਣਾ ਪਵੇਗਾ ਜੋ ਜਾਣਕਾਰੀ ਹੈ, ਜਾਣੀ ਕਿ ਆਪਣਾ ਪੱਖ ਕੰਪਨੀ ਨੂੰ, ਏਜੰਸੀ ਨੂੰ ਦੇਣਾ ਪਵੇਗਾ। ਯੂਐਸ ਵੱਲੋਂ ਟੈਸਲਾ ਨੂੰ ਝਟਕਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ 1,58,000 ਕਾਰਾਂ ਨੂੰ ਵਾਪਸ ਬੁਲਾਉਣਾ ਪਵੇਗਾ। ਮੀਡੀਆ ਕੰਟਰੋਲ ਯੂਨਿਟ ਦੇ ਵਿੱਚ ਪ੍ਰੋਬਲਮ ਦੇ ਕਾਰਨ ਇਹਨਾਂ ਨੂੰ ਰੀਕਾਲ ਕਰਨ ਦੇ ਲਈ, ਜਾਣੀ ਕਿ ਵਾਪਸ ਬੁਲਾਉਣ ਦੇ ਲਈ ਕਿਹਾ ਗਿਆ ਹੈ। ਅਮਰੀਕਾ ਦੀ ਆਟੋ ਸੇਫਟੀ ਏਜੰਸੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਟੈਸਲਾ ਨੂੰ 1,58,000 ਕਾਰਾਂ ਨੂੰ ਵਾਪਸ ਬੁਲਾਉਣ ਦੇ ਲਈ ਕਿਹਾ ਹੈ। ਇਸ ਲਿਸਟ ਦੇ ਵਿੱਚ ਟੈਸਲਾ ਦਾ ਮਾਡਲ S ਅਤੇ ਮਾਡਲ X ਸ਼ਾਮਿਲ ਹੈ। ਮੀਡੀਆ ਕੰਟਰੋਲ ਯੂਨਿਟ ਦੇ ਵਿੱਚ ਪ੍ਰੋਬਲਮ ਦੇ ਕਾਰਨ ਇਸ ਦੇ ਨਾਲ ਸੇਫਟੀ ਰਿਸਕ ਵਧ ਰਿਹਾ ਹੈ। ਨਵੰਬਰ ਦੇ ਵਿੱਚ ਸੁਰੱਖਿਆ ਜਾਂਚ ਅਪਗ੍ਰੇਡ ਕਰਨ ਤੋਂ ਬਾਅਦ ਆਟੋ ਸੇਫਟੀ ਏਜੰਸੀ ਨੇ ਟੈਸਲਾ ਨੂੰ ਫਾਰਮਲ ਲੈਟਰ ਦੇ ਤਹਿਤ ਰਿਕੁਐਸਟ ਕੀਤੀ ਸੀ। ਏਜੰਸੀ ਨੇ 2012 ਤੋਂ 2018 ਮਾਡਲ S ਅਤੇ 2016 ਤੋਂ 2018 ਮਾਡਲ X ਵਹੀਕਲਸ ਦੀ ਜਾਂਚ ਕੀਤੀ ਸੀ। ਇਸ ਜਾਂਚ ਦੇ ਵਿੱਚ ਇਹਨਾਂ ਮਾਡਲਸ ਦੇ ਵਿੱਚ ਮੋਟਰ ਵਹੀਕਲ ਸੇਫਟੀ ਦੇ ਨਾਲ ਜੁੜੀਆਂ ਖਾਮੀਆਂ ਪਾਈਆਂ ਗਈਆਂ। ਟੈਸਲਾ ਨੂੰ 27 ਜਨਵਰੀ ਤੱਕ NHTSA ਨੂੰ ਜਵਾਬ ਦੇਣਾ ਪਵੇਗਾ, ਪਰ ਅਜੇ ਤੱਕ ਉਹਨਾਂ ਵੱਲੋਂ ਇਸ ਦੇ ਨਾਲ ਸੰਬੰਧਿਤ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਜੇਕਰ ਟੈਸਲਾ ਕਾਰਾਂ ਨੂੰ ਰੀਕਾਲ ਕਰਨ ਦੇ ਵਿੱਚ ਰਾਜ਼ੀ ਨਹੀਂ ਹੁੰਦੀ ਤਾਂ ਇਸ ਦੀ ਪੂਰੀ ਜਾਣਕਾਰੀ ਉਹਨਾਂ ਨੂੰ ਸਾਂਝੀ ਕਰਨੀ ਪਵੇਗੀ। NHTSA ਨੇ ਇਹ ਵੀ ਕਿਹਾ ਹੈ ਕਿ ਟੈਸਲਾ ਨੇ ਆਪਣੇ ਵਹੀਕਲਸ ਦੇ ਵਿੱਚ ਕੁਝ ਇਸ਼ੂਜ਼ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਕੰਪਨੀ ਨੇ ਆਪਣੀਆਂ ਗੱਡੀਆਂ ਦੇ ਵਿੱਚ ਕਈ ਓਵਰ ਦਾ ਈਅਰ ਅਪਡੇਟ ਲਾਗੂ ਕੀਤੇ ਹਨ, ਪਰ ਏਜੰਸੀ ਮੁਤਾਬਕ ਇਹ ਅਪਡੇਟ ਕਾਫੀ ਨਹੀਂ ਹਨ। ਕੰਪਨੀ ਨੂੰ ਇਹਨਾਂ ਵਹੀਕਲਸ ਦੇ ਨਾਲ ਜੁੜੇ ਅਪਡੇਟਸ ਤੇ ਹੋਰ ਕੰਮ ਕਰਨਾ ਚਾਹੀਦਾ ਹੈ। ਹੁਣ ਦੇਖਣਾ ਹੋਵੇਗਾ ਕਿ ਏਜੰਸੀ ਵੱਲੋਂ ਜੋ ਗੱਲ ਕਹੀ ਗਈ ਹੈ ਟੈਸਲਾ ਉਸ ਨੂੰ ਪੂਰਾ ਕਰਦੀ ਹੈ ਜਾਂ ਫਿਰ ਇਸ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਕੋਈ ਹੋਰ ਜਵਾਬ ਦਿੱਤਾ ਜਾਂਦਾ ਹੈ। ਕੈਲੀਫੋਰਨੀਆ ਦੀ ਜੇਲ੍ਹ ਵਿੱਚੋਂ ਜੋ 6 ਕੈਦੀ ਫਰਾਰ ਹੋਏ ਸਨ, ਉਹਨਾਂ ਵਿੱਚੋਂ 3 ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਮੁੜ ਤੋਂ ਲੈ ਲਿਆ ਗਿਆ ਹੈ। ਜੋ ਅਜੇ ਕੈਦੀ ਵਾਪਸ ਗ੍ਰਿਫਤਾਰ ਕਰਨੇ ਬਾਕੀ ਨੇ, ਉਹਨਾਂ ਦੇ ਵਾਸਤੇ ਇਨਾਮ ਪੁਲਿਸ ਵੱਲੋਂ ਰੱਖਿਆ ਗਿਆ ਹੈ। ਮਿਹਨਤ ਸਖਤ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਵੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਿਹਨਤ ਨੂੰ ਤਦ ਤੱਕ ਜਾਰੀ ਰੱਖਿਆ ਜਾਏਗਾ ਜਦ ਤੱਕ ਬਾਕੀ ਕੈਦੀਆਂ ਨੂੰ ਫੜ ਕੇ ਮੁੜ ਤੋਂ ਜੇਲ੍ਹ ਦੇ ਵਿੱਚ ਨਹੀਂ ਪਾ ਦਿੱਤਾ ਜਾਂਦਾ। ਕੈਲੀਫੋਰਨੀਆ ਦੀ ਜੇਲ੍ਹ ਵਿੱਚੋਂ ਜੋ 6 ਕੈਦੀ ਫਰਾਰ ਹੋਏ ਸਨ, ਉਹਨਾਂ ਵਿੱਚੋਂ 3 ਕੈਦੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਕੈਦੀ ਕੈਲੀਫੋਰਨੀਆ ਸੂਬੇ ਦੀ ਮਰਸੈਡ ਕਾਉਂਟੀ ਦੀ ਮੁੱਖ ਜੇਲ੍ਹ ਵਿੱਚੋਂ ਫਰਾਰ ਹੋਏ ਸਨ, ਜਿਨ੍ਹਾਂ ਵਿੱਚੋਂ 3 ਕੈਦੀ ਪੁਲਿਸ ਵੱਲੋਂ ਦੁਬਾਰਾ ਫੜ ਲਏ ਗਏ ਹਨ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਜੋ ਭੱਜੇ ਹੋਏ 3 ਕੈਦੀ ਕਾਬੂ ਕੀਤੇ ਗਏ ਹਨ, ਉਹਨਾਂ ਨੂੰ ਸੈਨ ਡਿਆਗੋ ਖੇਤਰ ਵਿੱਚੋਂ ਫੜਿਆ ਗਿਆ। ਦਰਅਸਲ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਮਰਸੈਡ ਕਾਉਂਟੀ ਸ਼ੈਰਿਫ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਪੋਸਟ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਕੈਦੀਆਂ ਨੂੰ ਵਾਪਸ ਮਰਸੈਡ ਕਾਉਂਟੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਇਹਨਾਂ ਕੈਦੀਆਂ ਦੇ ਵਿੱਚ ਰੋਮਨ ਕਤਲ, ਰੋਡਰਿਕਸ ਕਤਲ ਦੀ ਕੋਸ਼ਿਸ਼, ਗੋਲੀ ਚਲਾਉਣ, ਅਪਰਾਧਿਕ ਗਿਰੋਹ ਦੇ ਵਿੱਚ ਹਿੱਸਾ ਲੈਣ ਆਦਿ ਦੇ ਦੋਸ਼ ਲੱਗੇ ਹੋਏ ਹਨ। ਇਹ ਜੋ ਭੱਜੇ ਹੋਏ ਕੈਦੀ ਮੁੜ ਪੁਲਿਸ ਦੇ ਅੜਿੱਕੇ ਚੜੇ ਹਨ, ਉਹਨਾਂ ਦੇ ਨਾਮ ਕਰੂਜ਼ ਰੋਮਨ, ਐਂਡਰਸ ਨੂਨੇਜ਼, ਰੋਡਰਿਕਸ ਅਤੇ ਐਡਗਰ ਵੈਤੂਰਾ ਹਨ। ਤੀਸਰੇ ਫਰਾਰ ਹੋਏ ਕੈਦੀ ਨੂੰ ਫਾਇਰਬਾਗ ਖੇਤਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹਨਾਂ ਭੱਜੇ ਹੋਏ ਕੈਦੀਆਂ ਨੂੰ ਫੜਨ ਦੇ ਲਈ ਵਿਭਾਗ ਨੇ 24 ਘੰਟੇ ਲਗਾਤਾਰ ਮਿਹਨਤ ਕੀਤੀ ਹੈ ਅਤੇ ਇਹ ਮਿਹਨਤ ਇੱਥੇ ਹੀ ਖਤਮ ਨਹੀਂ ਹੋਵੇਗੀ, ਬਲਕਿ ਜਦੋਂ ਤੱਕ ਪੂਰੇ 6 ਦੇ 6 ਕੈਦੀ ਹਿਰਾਸਤ ਦੇ ਵਿੱਚ ਵਾਪਸ ਨਹੀਂ ਆ ਜਾਂਦੇ ਉਦੋਂ ਤੱਕ ਜਾਰੀ ਰਹੇਗੀ। ਭੱਜੇ ਹੋਏ ਬਾਕੀ ਕੈਦੀਆਂ ਨੂੰ ਲੱਭਣ ਦੇ ਲਈ $5,000 ਤੱਕ ਦਾ ਇਨਾਮ ਵੀ ਰੱਖਿਆ ਗਿਆ ਹੈ ਤਾਂ ਕਿ ਇਹਨਾਂ ਨੂੰ ਵੀ ਛੇਤੀ ਤੋਂ ਛੇਤੀ ਕਾਬੂ ਕਰ ਲਿਆ ਜਾਵੇ। ਕੈਨੇਡਾ ਤੋਂ ਬਾਅਦ ਅਮਰੀਕਾ ਦੇ 에ਅਰਪੋਰਟਸ ਦੇ ਉੱਪਰ ਵੀ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ। ਇੱਥੇ ਵੀ ਆਉਣ ਵਾਲੇ ਯਾਤਰੀਆਂ ਨੂੰ ਹੁਣ ਆਪਣਾ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਪਵੇਗਾ। ਦੱਸੀਏ ਕਿ ਪਹਿਲਾਂ ਇਹ ਨਿਯਮ ਜਿਹੜੇ ਯੂਕੇ ਤੋਂ ਆਉਣ ਵਾਲੇ ਯਾਤਰੀ ਸਨ ਉਹਨਾਂ ਦੇ ਉੱਪਰ ਵੀ ਲਾਗੂ ਕੀਤੇ ਜਾਂਦੇ ਸਨ, ਪਰ ਹੁਣ ਇਹ ਸਾਰੇ ਹੀ ਯਾਤਰੀਆਂ ਦੇ ਉੱਪਰ ਲਾਗੂ ਕੀਤੇ ਜਾਣਗੇ। ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਆਉਣ ਵਾਲੇ ਯਾਤਰੀਆਂ ਦੇ ਉੱਪਰ ਵੀ ਨਿਯਮ ਲਾਗੂ ਕਰ ਦਿੱਤੇ ਗਏ ਹਨ।
ਜੀ ਹਾਂ, ਅਮਰੀਕਾ ਆਉਣ ਵਾਲੇ ਇੰਟਰਨੈਸ਼ਨਲ ਯਾਤਰੀਆਂ ਦੇ ਲਈ ਹੁਣ ਇੱਕ ਸ਼ਰਤ ਲਾਗੂ ਕੀਤੀ ਗਈ ਹੈ। ਇਹ ਸ਼ਰਤ ਹੈ ਕਿ ਹਵਾਈ ਸਫ਼ਰ ਕਰਕੇ ਅਮਰੀਕਾ ਦੇ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਦੇਸ਼ ਦੇ ਲਈ ਉਡਾਨ ਭਰਨ ਤੋਂ ਪਹਿਲਾਂ ਕੋਵਿਡ-19 ਦੇ ਲਈ ਨੈਗੇਟਿਵ ਟੈਸਟ ਕਰਾਉਣਾ ਜ਼ਰੂਰੀ ਹੋਵੇਗਾ। ਇਹ ਐਲਾਨ CDC ਵੱਲੋਂ ਕੀਤਾ ਗਿਆ ਹੈ ਕਿਉਂਕਿ ਅਮਰੀਕਾ ਦੇ ਵਿੱਚ ਲਗਾਤਾਰ ਕੋਵਿਡ-19 ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਸ ਵਾਇਰਸ ਦੀ ਲਾਗ ਨੂੰ ਘੱਟ ਕਰਨ ਦੇ ਲਈ ਇੱਕ ਕਦਮ ਚੁੱਕਿਆ ਗਿਆ ਹੈ। ਸਰਕਾਰ ਵੱਲੋਂ ਲਾਗੂ ਕੀਤੇ ਗਏ ਇਹਨਾਂ ਨਵੇਂ ਨਿਯਮਾਂ ਦਾ ਉਦੇਸ਼ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣਾ ਹੈ। ਇਹ ਨਿਯਮ ਅਮਰੀਕਾ ਦੇ ਵਿੱਚ 26 ਜਨਵਰੀ ਤੋਂ ਲਾਗੂ ਹੋ ਰਹੇ ਹਨ। ਇਹਨਾਂ ਨਿਯਮਾਂ ਦੇ ਤਹਿਤ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਉਡਾਣ ਤੋਂ 3 ਦਿਨ ਦੇ ਅੰਦਰ ਕਰਵਾਏ ਗਏ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦੇਣੀ ਪਵੇਗੀ। ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ CDC ਵੱਲੋਂ ਸਾਂਝੀ ਕੀਤੀ ਗਈ ਹੈ। CDC ਦੇ ਡਾਇਰੈਕਟਰ ਨੇ ਕਿਹਾ ਹੈ ਕਿ ਟੈਸਟਿੰਗ ਦੇ ਨਾਲ ਕਈ ਤਰ੍ਹਾਂ ਦੇ ਹੱਲ ਨਿਕਲ ਸਕਦੇ ਹਨ, ਪਰ ਇਹ ਹਵਾਈ ਜਹਾਜ਼ ਹਵਾਈ ਅੱਡਿਆਂ ਤੇ ਵਾਇਰਸ ਦੇ ਫੈਲਣ ਨੂੰ ਘਟਾ ਕੇ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਵਧੇਰੇ ਜ਼ਿੰਮੇਵਾਰ ਬਣਾ ਸਕਦੀ ਹੈ। ਅਮਰੀਕਾ ਦੇ ਵਿੱਚ ਇਸ ਤੋਂ ਪਹਿਲਾਂ ਇਹ ਨਿਯਮ UK ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਲਾਗੂ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਕਿਹਾ ਸੀ ਕਿ UK ਤੋਂ ਆਉਣ ਵਾਲੀਆਂ ਉਡਾਨਾਂ ਰਾਹੀਂ ਯਾਤਰੀਆਂ ਦੇ ਲਈ ਨੈਗੇਟਿਵ ਕੋਵਿਡ ਟੈਸਟ ਜ਼ਰੂਰੀ ਹੋਣਗੇ। ਦੱਸੀਏ ਕਿ ਇਸ ਤੋਂ ਪਹਿਲਾਂ 7 ਜਨਵਰੀ ਤੋਂ ਇਹ ਨਿਯਮ ਕੈਨੇਡਾ ਦੇ ਵਿੱਚ ਵੀ ਲਾਗੂ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਹੁਣ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ 에ਅਰਪੋਰਟ ਦੇ ਉੱਪਰ ਆਪਣਾ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਪਵੇਗਾ ਅਤੇ ਇਹ ਟੈਸਟ PCR ਟੈਸਟ ਹੋਣਾ ਚਾਹੀਦਾ ਹੈ। ਕੋਵਿਡ-19 ਦੇ ਚੱਲਦਿਆਂ 에ਅਰਲਾਈਨ ਇੰਡਸਟਰੀ ਦੇ ਉੱਪਰ ਵੀ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਤੇ ਯਾਤਰੀਆਂ ਦੇ ਵਿੱਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਸਹੁੰ ਚੁੱਕਣ ਜਾ ਰਹੇ ਹਨ। ਪਿਛਲੇ ਦਿਨੀ ਜੋ ਅਮਰੀਕਾ ਦੇ ਵਿੱਚ ਹਿੰਸਾ ਹੋਈ ਹੈ, ਉਹ ਸਭ ਨੂੰ ਦੇਖਦਿਆਂ ਹੁਣ ਵਾਸ਼ਿੰਗਟਨ DC ਦੇ ਵਿੱਚ ਲਗਾਤਾਰ ਜ਼ਿਆਦਾ ਸਖਤੀ ਕੀਤੀ ਜਾ ਰਹੀ ਹੈ। ਸੁਰੱਖਿਆ ਇੱਥੇ ਲਗਾਤਾਰ ਵਧਾਈ ਜਾ ਰਹੀ ਹੈ। ਬਹੁਤੀਆਂ ਜਗ੍ਹਾ ਦੇ ਉੱਪਰ ਕੰਡਿਆਲੀ ਤਾਰ ਵੀ ਲਗਾ ਦਿੱਤੀ ਗਈ ਹੈ। ਸੜਕਾਂ ਦੇ ਉੱਪਰ ਹੁਣ ਸਿਰਫ ਕੁਝ ਟਾਵੇਂ ਲੋਕ ਹੀ ਨਜ਼ਰ ਆਉਂਦੇ ਨੇ, ਇੱਥੇ ਰੌਣਕਾਂ ਨਜ਼ਰ ਨਹੀਂ ਆਉਂਦੀਆਂ। ਇਹ ਸਭ ਇਸ ਕਰਕੇ ਕੀਤਾ ਗਿਆ ਹੈ ਤਾਂ ਕਿ ਜਿਸ ਤਰ੍ਹਾਂ ਦੀ ਹਿੰਸਾ ਵਾਪਰੀ ਹੈ, ਉਸ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਦੁਬਾਰਾ ਤੋਂ ਨਾ ਵਾਪਰੇ, ਕਿਉਂਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ 20 ਜਨਵਰੀ ਨੂੰ ਜੋ ਬਾਈਡਨ ਸਹੁੰ ਚੁੱਕਣਗੇ। ਇਸ ਨੂੰ ਲੈ ਕੇ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਹੋ ਸਕਦਾ ਹੈ ਫਿਰ ਤੋਂ ਜਿਹੜੇ ਸਪੋਰਟਰਸ ਨੇ ਟਰੰਪ ਦੇ ਉਹ ਕੁਝ ਘਟਨਾਵਾਂ ਨੂੰ ਅੰਜਾਮ ਦੇਣ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਇੱਕ ਕਦਮ ਚੁੱਕਿਆ ਗਿਆ ਹੈ। 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਸਹੁੰ ਚੁੱਕਣ ਜਾ ਰਹੇ ਹਨ। ਅਜਿਹੇ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਬਾਈਡਨ ਦੇ ਸਹੁੰ ਚੁੱਕ ਸਮਾਗਮ ਤੋਂ ਹਫ਼ਤਾ ਪਹਿਲਾਂ ਹੀ ਵਾਸ਼ਿੰਗਟਨ DC ਦੇ ਵਿੱਚ ਸੁਰੱਖਿਆ ਨੂੰ ਵੀ ਵਧਾਇਆ ਗਿਆ ਹੈ। ਇਹ ਕਦਮ ਅਮਰੀਕਾ ਦੇ ਵਿੱਚ ਜੋ ਪਿਛਲੇ ਦਿਨੀ ਹਿੰਸਾ ਭੜਕੀ ਸੀ, ਉਸ ਨੂੰ ਦੇਖਦਿਆਂ ਚੁੱਕਿਆ ਗਿਆ ਹੈ। ਰਾਸ਼ਟਰਪਤੀ ਦਾ ਅਹੁਦਾ ਛੱਡਣ ਜਾ ਰਹੇ ਡੋਨਾਲਡ ਟਰੰਪ ਦੇ ਸਪੋਰਟਰਸ ਨੇ ਪਿਛਲੇ ਹਫ਼ਤੇ US ਕੈਪੀਟਲ ਦੇ ਵਿੱਚ ਹਿੰਸਾ ਕੀਤੀ ਸੀ। ਇਸ ਖਤਰੇ ਨੂੰ ਦੇਖਦਿਆਂ ਹੀ ਵਾਸ਼ਿੰਗਟਨ DC ਦੇ ਵਿੱਚ ਸੁਰੱਖਿਆ ਨੂੰ ਵਧਾਇਆ ਗਿਆ ਹੈ, ਜਾਣੀ ਕਿ ਇੱਥੇ ਸੁਰੱਖਿਆ ਸਖਤ ਕੀਤੀ ਗਈ ਹੈ। ਇੱਥੇ ਕਈ ਬਲਾਕਾਂ ਦੇ ਵਿੱਚ ਕੰਡਿਆਲੀ ਤਾਰ ਵੀ ਲਗਾ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਹੁਣ ਸੜਕਾਂ ਤੋਂ ਕਾਰਾਂ ਤੇ ਸਕੂਟਰ ਵੀ ਗਾਇਬ ਨਜ਼ਰ ਆ ਰਹੇ ਹਨ, ਕਿਉਂਕਿ ਇੱਥੇ ਇੰਨੀ ਸਖਤ ਸੁਰੱਖਿਆ ਕਰ ਦਿੱਤੀ ਗਈ ਹੈ। ਕੋਈ ਵੀ ਸੈਲਾਨੀ ਇੱਥੇ ਨਜ਼ਰ ਨਹੀਂ ਆਇਆ। ਸਵੇਰੇ ਸੈਰ ਤੇ ਨਿਕਲੇ ਕੁਝ ਲੋਕ ਅਤੇ ਕੋਈ ਜ਼ਰੂਰੀ ਕੰਮਾਂ ਵਾਲੇ ਹੀ ਇੱਥੇ ਨਜ਼ਰ ਆਏ ਹਨ। ਵਾਸ਼ਿੰਗਟਨ ਦੇ ਵਿੱਚ 20 ਜਨਵਰੀ ਤੱਕ ਐਮਰਜੈਂਸੀ ਵੀ ਲਗਾਈ ਗਈ ਹੈ। ਇਸ ਦੀ ਜਾਣਕਾਰੀ ਵਾਸ਼ਿੰਗਟਨ ਦੇ ਮੇਅਰ ਵੱਲੋਂ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਕੈਪੀਟਲ ਵਿੱਚ ਰਾਸ਼ਟਰਪਤੀ ਦਾ ਅਹੁਦਾ ਛੱਡਣ ਜਾ ਰਹੇ ਟਰੰਪ ਦੇ ਸਪੋਰਟਰਸ ਨੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ FBI ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਅਹੁਦਾ ਸੰਭਾਲਣ ਦੇ ਕੁਝ ਦਿਨ ਪਹਿਲਾਂ ਵਾਸ਼ਿੰਗਟਨ ਅਤੇ ਸਾਰੇ 50 ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸੰਸਦ ਭਵਨਾਂ ਤੇ ਟਰੰਪ ਸਪੋਰਟਰਸ ਹਥਿਆਰ ਪ੍ਰਦਰਸ਼ਨ ਦੀ ਵੀ ਯੋਜਨਾ ਬਣਾ ਰਹੇ ਹਨ। ਇੱਥੇ ਗੌਰ ਦੇਣਯੋਗ ਇਹ ਗੱਲ ਹੈ ਕਿ ਅਜੇ ਵੀ ਡੋਨਾਲਡ ਟਰੰਪ ਵੱਲੋਂ ਹਾਰ ਨੂੰ ਸਵੀਕਾਰ ਨਹੀਂ ਕੀਤਾ ਗਿਆ। ਲਗਾਤਾਰ ਉਹਨਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਤੇ ਇਹਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਧੋਖਾ ਹੋਇਆ ਹੈ। ਪਰ ਹੁਣ ਸਾਰੇ ਹਾਲਾਤਾਂ ਨੂੰ ਦੇਖਦਿਆਂ ਵਾਸ਼ਿੰਗਟਨ DC ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ। ਟਰੰਪ ਦਾ ਜੋ ਅਕਾਊਂਟ ਟਵਿੱਟਰ ਦੇ ਉੱਪਰੋਂ ਬੈਨ ਕੀਤਾ ਗਿਆ ਹੈ, ਟਵਿੱਟਰ ਦੇ CEO ਇਸ ਨੂੰ ਲੈ ਕੇ ਹੁਣ ਖੁੱਲ੍ਹ ਕੇ ਬੋਲੇ ਹਨ। ਉਹਨਾਂ ਨੇ ਇਸ ਨੂੰ ਇੱਕ ਖਤਰਨਾਕ ਮਿਸਾਲ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਇਸ ਕਦਮ ਨੂੰ ਉਹ ਬਹੁਤਾ ਮਾਣ ਵਾਲਾ ਤਾਂ ਨਹੀਂ ਮੰਨਦੇ, ਪਰ ਅਜਿਹਾ ਉਹਨਾਂ ਦੇ ਵਾਸਤੇ ਕਰਨਾ ਬੇहद ਜ਼ਰੂਰੀ ਸੀ, ਕਿਉਂਕਿ ਅਮਰੀਕਾ ਦੇ ਵਿੱਚ ਹਿੰਸਾ ਭੜਕਣ ਤੋਂ ਪਹਿਲਾਂ ਟਰੰਪ ਵੱਲੋਂ ਕਈ ਇਸ ਤਰ੍ਹਾਂ ਦੇ ਭੜਕਾਊ ਟਵੀਟ ਕੀਤੇ ਗਏ, ਜਿਨ੍ਹਾਂ ਨੂੰ ਹਟਾ ਵੀ ਦਿੱਤਾ ਗਿਆ। ਪਰ ਟਰੰਪ ਦੇ ਉੱਪਰ ਇਹ ਕਾਰਵਾਈ ਕਰਨੀ, ਜਾਣੀ ਕਿ ਕਦਮ ਚੁੱਕਣਾ ਉਹਨਾਂ ਦੇ ਵਾਸਤੇ ਜ਼ਰੂਰੀ ਸੀ। ਟਰੰਪ ਦੇ ਉੱਪਰ ਟਵਿੱਟਰ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ, ਇਸ ਦੇ ਚੱਲਦਿਆਂ ਟਵਿੱਟਰ CEO ਜੈਕ ਡਾਰਸੀ ਨੇ ਆਖਿਰਕਾਰ ਚੁੱਪੀ ਤੋੜੀ ਹੈ। ਉਹਨਾਂ ਨੇ ਡੋਨਾਲਡ ਟਰੰਪ ਦੇ ਅਕਾਊਂਟ ਦੇ ਉੱਪਰ ਜੋ ਬੈਨ ਲਗਾਇਆ ਹੈ, ਉਸ ਨੂੰ ਖਤਰਨਾਕ ਮਿਸਾਲ ਦੱਸਿਆ ਹੈ।
ਟਵਿੱਟਰ ਦੇ ਪ੍ਰਮੁੱਖ ਜੈਕ ਡਾਰਸੀ ਨੇ ਕਿਹਾ ਹੈ ਕਿ ਜੋ ਕਾਰਵਾਈ ਡੋਨਲਡ ਟਰੰਪ ਦੇ ਅਕਾਊਂਟ ਦੇ ਉੱਪਰ ਕੀਤੀ ਗਈ ਹੈ, ਜਾਣੀ ਕਿ ਉਹਨਾਂ ਦੇ ਅਕਾਊਂਟ ਦੇ ਉੱਪਰ ਜੋ ਸਥਾਈ ਰੋਕ ਲਗਾਈ ਗਈ ਹੈ, ਇਹ ਇੱਕ ਖਤਰਨਾਕ ਮਿਸਾਲ ਹੈ। ਉਹਨਾਂ ਕਿਹਾ ਕਿ ਸਾਨੂੰ ਮਜਬੂਰਨ ਇਹ ਫੈਸਲਾ ਲੈਣਾ ਪਿਆ। ਟਰੰਪ ਦੇ ਅਕਾਊਂਟ ਦੇ ਉੱਪਰ ਸਥਾਈ ਰੋਕ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਜੈਕ ਡਾਰਸੀ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਇਸ ਫੈਸਲੇ ਨੂੰ ਕਾਫੀ ਜ਼ਿਆਦਾ ਸੋਚ ਵਿਚਾਰਨ ਤੋਂ ਬਾਅਦ ਹੀ ਚੁੱਕਿਆ ਗਿਆ। ਟਵਿੱਟਰ ਦੇ ਪ੍ਰਮੁੱਖ ਨੇ ਇਸ ਗੱਲ ਨੂੰ ਵੀ ਕਬੂਲ ਕੀਤਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਕਾਊਂਟ ਦੇ ਉੱਪਰ ਰੋਕ ਲਗਾਉਣ ਦੇ ਨਾਲ ਉਹਨਾਂ ਨੂੰ ਕੋਈ ਵੀ ਮਾਣ ਨਹੀਂ ਹੈ, ਕਿਉਂਕਿ ਸਹੀ ਕੰਟੈਂਟ ਨੂੰ ਵਧਾਉਣ ਦੇ ਵਿੱਚ ਮਾਈਕਰੋ ਬਲੌਗਿੰਗ ਸਾਈਟ ਦੀ ਅਸਫਲਤਾ ਉਹਨਾਂ ਵੱਲੋਂ ਇਸ ਨੂੰ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਸਾਡੇ ਫੈਸਲੇ ਤੋਂ ਖੁਸ਼ ਨਹੀਂ ਹਨ, ਪਰ ਇਹ ਕਦਮ ਇਸ ਕਰਕੇ ਹੀ ਚੁੱਕਿਆ ਗਿਆ ਤਾਂ ਕਿ ਸੁਰੱਖਿਆ ਨੂੰ ਮੱਦੇਨਜ਼ਰ ਰੱਖਿਆ ਜਾਵੇ। ਡੋਨਲਡ ਟਰੰਪ ਦੇ ਉੱਪਰ ਟਵਿੱਟਰ, ਫੇਸਬੁੱਕ ਤੇ YouTube ਵੱਲੋਂ ਵੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਅਮਰੀਕਾ ਦੇ ਵਿੱਚ ਜੋ ਹਿੰਸਾ ਭੜਕੀ ਉਸ ਦੇ ਬਾਅਦ ਹੀ ਕੀਤੀ ਗਈ ਹੈ। ਡੋਨਲਡ ਟਰੰਪ ਕਈ ਵਾਰ ਸੋਸ਼ਲ ਮੀਡੀਆ ਦੇ ਰਾਹੀਂ ਇਤਰਾਜ਼ਯੋਗ ਤੇ ਭੜਕਾਊ ਕਮੈਂਟ ਕਰ ਚੁੱਕੇ ਹਨ। ਟਵਿੱਟਰ ਵੱਲੋਂ ਉਹਨਾਂ ਦੀਆਂ ਕਈ ਪੋਸਟਾਂ ਨੂੰ ਸਮੇਂ-ਸਮੇਂ ਦੇ ਉੱਪਰ ਹਟਾਇਆ ਵੀ ਗਿਆ। US ਕੈਪੀਟਲ ਦੇ ਵਿੱਚ ਜੋ ਹਿੰਸਾ ਭੜਕੀ ਹੈ, ਉਸ ਤੋਂ ਪਹਿਲਾਂ ਟਰੰਪ ਨੇ ਕੁਝ ਇਤਰਾਜ਼ਯੋਗ ਟਵੀਟ ਕੀਤੇ ਸਨ, ਜਿਨ੍ਹਾਂ ਟਵੀਟਸ ਨੂੰ ਟਵਿੱਟਰ ਵੱਲੋਂ ਹਟਾਇਆ ਵੀ ਗਿਆ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਤੋਂ ਲਗਾਤਾਰ ਕੋਵਿਡ-19 ਦੇ ਮਾਮਲੇ ਸਾਹਮਣੇ ਆ ਰਹੇ ਹਨ। ਓਨਟਾਰੀਓ ਦੇ ਵਿੱਚ ਸਖਤੀ ਕੀਤੀ ਗਈ ਹੈ, ਉਸ ਦੇ ਬਾਵਜੂਦ ਵੀ ਇੱਥੇ ਲਗਾਤਾਰ ਕਰੋਨਾ ਵਾਇਰਸ ਦੇ ਮਾਮਲਿਆਂ ਦਾ ਆਉਣਾ ਜਾਰੀ ਹੈ। ਅੱਜ ਤੋਂ ਇੱਥੇ ਸਟੇ ਐਟ ਹੋਮ ਨਿਯਮ ਲਾਗੂ ਕਰ ਦਿੱਤੇ ਗਏ ਨੇ, ਜੋ ਕਿ 28 ਦਿਨਾਂ ਦੇ ਲਈ ਜਾਰੀ ਰਹਿਣਗੇ। ਕਿਊਬੈਕ ਦੇ ਵਿੱਚ ਲਗਾਤਾਰ ਹਸਪਤਾਲਾਂ ਦੇ ਵਿੱਚ ਜੋ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਕੈਨੇਡਾ ਅੰਦਰ ਕੀ ਕੇਸਿਸ ਓਵਰਵਿਊ ਹੈ, ਕਿਸ ਪ੍ਰੋਵਿੰਸ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 3,326 ਕੋਵਿਡ ਕੇਸਿਸ ਸਾਹਮਣੇ ਆਏ ਹਨ। ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਅੱਜ ਤੋਂ ਸਟੇ ਐਟ ਹੋਮ ਦੇ ਆਰਡਰ ਜਾਰੀ ਹੋ ਗਏ ਹਨ। 24 ਘੰਟਿਆਂ ਦੌਰਾਨ ਪ੍ਰੋਵਿੰਸ ਦੇ ਵਿੱਚ 62 ਲੋਕਾਂ ਦੀ ਜਾਨ ਵੀ ਗਈ ਹੈ। ਟੋਰਾਂਟੋ ਤੋਂ 968, ਪੀਲ ਰੀਜਨ ਤੋਂ 572, ਯਾਰਕ ਰੀਜਨ ਤੋਂ 357, ਵਿੰਡਸਰ ਐਸੈਕਸ ਤੋਂ 268 ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 29,307 ਕਨਫਰਮਡ ਐਕਟਿਵ ਕੇਸਿਸ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,657 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 388 ਇੰਟੈਂਸਿਵ ਕੇਅਰ ਅਧੀਨ ਹਨ ਅਤੇ 280 ਵੈਂਟੀਲੇਟਰ ਦੇ ਉੱਪਰ ਹਨ। 24 ਘੰਟਿਆਂ ਦੌਰਾਨ 71,169 ਦੇ ਕਰੀਬ ਟੈਸਟ ਕੀਤੇ ਗਏ। ਨਵੀਆਂ ਹੋਈਆਂ ਮੌਤਾਂ ਦੇ ਨਾਲ ਹੁਣ ਤੱਕ ਪ੍ਰੋਵਿੰਸ ਦੇ ਵਿੱਚ ਹੋਈਆਂ ਮੌਤਾਂ ਦਾ ਅੰਕੜਾ 5,199 ਹੋ ਗਿਆ ਹੈ। ਓਨਟਾਰੀਓ ਦੇ ਵਿੱਚ 14,237 ਕੋਵਿਡ ਡੋਜ਼ਸ ਦਿੱਤੀਆਂ ਗਈਆਂ ਨੇ। ਕਿਊਬੈਕ ਦੇ ਵਿੱਚ 2,132 ਕਰੋਨਾ ਮਾਮਲੇ ਰਿਕਾਰਡ ਕੀਤੇ ਗਏ, ਨਾਲ ਹੀ 64 ਮੌਤਾਂ ਵੀ ਇੱਥੇ ਦਰਜ ਕੀਤੀਆਂ ਗਈਆਂ। ਇੱਥੇ ਹੁਣ ਤੱਕ 2,36,827 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿੱਚੋਂ 23,187 ਐਕਟਿਵ ਕੇਸਿਸ ਹਨ। ਹੁਣ ਤੱਕ ਕਿਊਬੈਕ ਦੇ ਵਿੱਚ 8,878 ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਆ ਚੁੱਕੀ ਹੈ। ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,523 ਹੈ, ਜਿਨ੍ਹਾਂ ਵਿੱਚੋਂ 230 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ ਇੱਥੇ 36,402 ਟੈਸਟ ਕੀਤੇ ਗਏ। ਮੈਨੀਟੋਬਾ ਤੋਂ 261 ਮਾਮਲਿਆਂ ਦੇ ਨਾਲ 2 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 299 ਹੈ, ਜਿਨ੍ਹਾਂ ਵਿੱਚੋਂ 21 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 6,87,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 17,509 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਿਕਵਰਡ ਕੇਸਿਸ ਇੱਥੇ 5,91,000 ਦੇ ਕਰੀਬ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਅੱਜ ਤੋਂ ਓਨਟਾਰੀਓ ਦੇ ਵਿੱਚ ਨਵੇਂ ਨਿਯਮ ਲਾਗੂ। ਕੀ ਹੈ ਓਨਟਾਰੀਓ ਸਰਕਾਰ ਦਾ ਸਟੇ ਐਟ ਹੋਮ, ਦੱਸਾਂਗੇ ਇਸ ਖਬਰ ਦੇ ਵਿੱਚ। ਜੌਨ ਹਾਰਗਨ ਨੇ ਦੱਸਿਆ ਬ੍ਰਿਟਿਸ਼ ਕੋਲੰਬੀਆ ਦਾ ਹਾਲ, ਲਗਾਉਣਾ ਚਾਹੁੰਦੇ ਹਨ ਯਾਤਰਾ ਦੇ ਉੱਪਰ ਰੋਕ। ਕੀ ਕੈਨੇਡਾ ਕਰ ਪਾਵੇਗਾ ਇਮੀਗ੍ਰੇਸ਼ਨ ਟੀਚਾ ਪੂਰਾ? ਟੀਚੇ ਨੂੰ ਪੂਰਾ ਕਰਨਾ ਹੈ ਔਖਾ। ਨਿਊ ਬਰਨਸਵਿਕ ਦੇ ਵਿੱਚ ਕੋਰੋਨਾ ਕਾਰਨ ਸਟੋਰ ਬੰਦ, ਨਾਰਥ ਡੋਲਰਾਮਾ ਸਟੋਰਾਂ ਨੂੰ ਕੀਤਾ ਬੰਦ। ਮਹਾਦੋਸ਼ ਸਿੱਧ ਹੋਣ ਤੇ ਖਿੱਚਿਆ ਟਰੰਪ, ਵਕੀਲ ਦੀ ਰੋਕੀ ਫੀਸ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।